अस्सलाम वालेकुम, सत श्री अकाल और आदाब। ਸਾਡੇ ਮੁਲਕ ਦੇ ਵਿੱਚ ਇੱਕ ਰਿਵਾਜ ਪੈ ਗਿਆ ਹੈ ਕਿ ਜਿਹੜੀ ਚੀਜ਼ ਕਾਮਯਾਬ ਹੋ ਜਾਏ ਉਹਦਾ ਕ੍ਰੈਡਿਟ ਲੈਣ ਵਾਲੇ ਬਹੁਤ ਸਾਰੇ ਲੋਕ ਆ ਜਾਂਦੇ ਨੇ। ਮੇਰਾ ਮਤਲਬ ਹੜਤਾਲ ਤੋਂ ਹੈ। ਤਾਜਰਾਂ ਨੇ ਹੜਤਾਲ ਕੀਤੀ ਔਰ ਉਸ ਹੜਤਾਲ ਦਾ ਜਿਹੜਾ ਮਤਲਬ ਔਰ ਮਕਸਦ ਸੀ ਉਹ ਹੈਗਾ ਸੀ ਕਿ ਕਈ ਤਰ੍ਹਾਂ ਦੇ ਟੈਕਸ ਤਾਜਰਾਂ ਦੇ ਉੱਤੇ ਲਾਏ ਜਾ ਰਹੇ ਸਨ। ਇੱਕ ਸਕੀਮ ਗਵਰਨਮੈਂਟ ਨੇ ਅਨਾਊਂਸ ਕੀਤੀ ਜਿਹਦਾ ਨਾਂ ਰੱਖਿਆ ਗਿਆ ਤਾਜਰ ਦੋਸਤ ਸਕੀਮ, ਔਰ ਉਹਦੇ ਵਿੱਚ ਦੁਕਾਨ ਦੀ ਮਾਲੀਅਤ ਸੇਲ ਦੀ ਇੱਕ ਅਸੈਸਮੈਂਟ ਕਰਨ ਤੋਂ ਬਾਅਦ ਇਹ ਤੈਅ ਕੀਤਾ ਗਿਆ ਕਿ ਇੱਕ ਦੁਕਾਨ ਨੂੰ ਮਹਾਨਾ ਯਾਨੀ ਹਰ ਮਹੀਨੇ ਮੰਥਲੀ 1000 ਤੋਂ ਲੈ ਕੇ ਤੇ 20000 ਤੱਕ ਜਿਹੜਾ ਹੈ ਉਹ ਟੈਕਸ ਉਹਦੇ ਕੋਲੋਂ ਲਿਆ ਜਾਏਗਾ। ਅੱਛਾ, ਇਹਦੇ ਖਿਲਾਫ ਤਾਜਰ ਉਹਨਾਂ ਜਿਹੜੇ ਆਏ ਨੇ ਉਹਨਾਂ ਨੇ ਹੜਤਾਲ ਕਰ ਦਿੱਤੀ। ਮੇਰਾ ਖਿਆਲ ਹੈ ਕਿ ਤਾਜਰ ਹੜਤਾਲ ਇਸ ਵਾਸਤੇ ਨਹੀਂ ਕੀਤੀ ਕਿ ਉਹ ਟੈਕਸ ਨਹੀਂ ਦੇਣਾ ਚਾਹੁੰਦੇ। ਅਸਲ ਗੱਲ ਇਹ ਵੀ ਕਿ ਉਹਨਾਂ ਨੂੰ ਜਿਹੜਾ ਸਰਕਾਰ ਦਾ ਸਿਸਟਮ ਹੈ ਟੈਕਸ ਕਲੈਕਸ਼ਨ ਦਾ ਔਰ ਜਿਹੜੀ ਮਸ਼ੀਨਰੀ ਹੈ ਉਹਦੀ ਕਰਪਸ਼ਨ ਦੇ ਉੱਤੇ ਇਤਰਾਜ਼ਾਤ ਨੇ। ਔਰ ਪਿਛਲੀਆਂ ਜਿੰਨੀਆਂ ਹਕੂਮਤਾਂ ਆਈਆਂ ਨੇ, ਮੌਜੂਦਾ ਹਕੂਮਤ ਵੀ ਉਹਦੇ 'ਚ ਸ਼ਾਮਲ ਹੈ, ਇਹ ਬੁਨਿਆਦੀ ਜਿਹੜਾ ਲੋਕਾਂ ਦਾ ਡਿਸਟਰਸਟ ਹੈਗਾ ਨਾ ਉਹਨੂੰ ਖ਼ਤਮ ਨਹੀਂ ਕਰ ਪਾਈ। ਔਰ ਇਸੇ ਵਾਸਤੇ ਲੋਕ ਜਿਹੜੇ ਨੇ ਉਹ ਟੈਕਸ ਹੁਣ ਦਿੰਦੇ ਨਹੀਂ। ਉਹ ਕਹਿੰਦੇ ਨੇ ਜਦੋਂ ਅਸੀਂ ਟੈਕਸ ਦਿੰਦੇ ਹਾਂ ਤਾਂ ਉਹ ਰਕਮ ਸਰਕਾਰੀ ਖਜ਼ਾਨੇ 'ਚ ਨਹੀਂ ਜਾਂਦੀ ਅਤੇ ਅੱਗੇ ਨਹੀਂ, ਫਿਰ ਉਹਦੇ ਤੋਂ ਕੰਮ ਨਹੀਂ ਲਏ ਜਾਂਦੇ, ਉਹ ਸਿਆਸਤਦਾਨ ਇੱਧਰ ਉੱਧਰ ਇਸਤੇਮਾਲ ਕਰ ਲੈਂਦੇ ਅਤੇ ਲੋਕ ਹੁਣ ਟੈਕਸ ਦੇਣ ਤਿਆਰ ਨਹੀਂ ਹੈਗੇ। ਲੇਕਿਨ ਅਸੀਂ ਗੱਲ ਕੁਝ ਹੋਰ ਕਰਨੀ। ਸਾਡੀ ਗੱਲ ਇਹ ਵੇ ਕਿ ਇਹਨੂੰ ਇਸਤੇਮਾਲ ਕਿਵੇਂ ਕੀਤਾ ਜਾ ਰਿਹਾ ਹੈ। ਮਸਲ ਜਮਾਤ ਇਸਲਾਮੀ ਨੇ ਕਿਹਾ ਕਿ ਹੜਤਾਲ ਦੀ ਕਾਲ ਅਸੀਂ ਦਿੱਤੀ ਸੀ, ਸਾਡੇ ਅਮੀਰ ਨੇ ਦਿੱਤੀ ਸੀ ਅਤੇ ਇਸ ਵਾਸਤੇ ਇਹਦਾ ਕ੍ਰੈਡਿਟ ਸਾਨੂੰ, ਔਰ ਸੋਸ਼ਲ ਮੀਡੀਆ ਦੇ ਉੱਤੇ ਜਮਾਤ ਦੇ ਜਿਹੜੇ ਕਾਰਕੁਨ ਨੇ ਉਹਨਾਂ ਨੇ ਇਹ ਗੱਲ ਕੀਤੀ। ਉਸ ਤੋਂ ਬਾਅਦ ਜਿਹੜੇ ਦੂਸਰੇ ਕੁਝ ਹਲਕੇ ਸਨ ਜਿਨ੍ਹਾਂ 'ਚ ਜਮਾਤ ਦੇ ਨਾਕਦੀਨ ਵੀ ਹੈਗੇ ਨੇ ਔਰ ਖੁਦ ਤਾਜਰ ਤਨਜ਼ੀਮਾਂ ਨੇ ਕਈ ਜਗ੍ਹਾ 'ਤੇ ਪ੍ਰੈਸ ਕਾਨਫਰੰਸਾਂ ਕਰਕੇ ਕਿਹਾ ਕਿ ਜਮਾਤ ਇਸਲਾਮੀ ਦਾ ਜਿਹੜਾ ਪੋਲੀਟੀਕਲ ਉਹਦੀ ਹੈਸੀਅਤ ਹੈ ਉਹ ਆਪਣੀ ਜਗ੍ਹਾ 'ਤੇ ਉਹ ਕਾਬਲ ਇਹਤਰਾਮ ਹੈ, ਲੇਕਿਨ ਇਹ ਖਾਲਿਸਤਨ ਜਿਹੜੀ ਹੈ ਸ਼ਟਰ ਡਾਊਨ ਹੜਤਾਲ ਇਹ ਤਾਜਰਾਂ ਦੀ ਹੈ ਔਰ ਤਾਜਰ ਕਿਸੇ ਜਮਾਤ ਦੇ ਨਾਲ ਨਹੀਂ, ਆਪਣੇ ਇੱਕ ਕਾਜ਼ ਦੇ ਨਾਲ ਵابਸਤਾ ਹੈਗੇ ਨੇ ਅਤੇ ਉਸੇ ਕਾਜ਼ ਨੂੰ ਪ੍ਰੋਟੈਕਟ ਕਰਨ ਵਾਸਤੇ ਉਹਨਾਂ ਨੇ ਹੜਤਾਲ ਕੀਤੀ। ਅਤੇ ਉਹਨਾਂ ਨੇ ਕਿ ਕਾਇੰਡਲੀ ਇਹਨੂੰ ਤੁਸੀਂ ਸਿਆਸੀ ਨਾ ਬਣਾਓ, ਇਹ ਸਿਆਸੀ ਬਣਾਉਣ ਦੇ ਨਾਲ ਸਾਡੇ ਜਿਹੜੇ ਮਕਸਦ ਨੇ ਉਹ ਖਰਾਬ ਹੋ ਜਾਣਗੇ। ਗਵਰਨਮੈਂਟ ਇਹਨੂੰ ਫਿਰ ਕਿਸੇ ਹੋਰ ਤਰ੍ਹਾਂ ਸੋਚੇਗੀ ਅਤੇ ਉਹ ਸਾਡੇ ਜਿਹੜੇ ਮੁਤਾਲਬਾਤ ਨੇ ਉਹ ਫਿਰ ਨਹੀਂ ਪੂਰੇ ਹੋਣਗੇ। ਇਹ ਤਾਜਰਾਂ ਨੇ ਮੁਖਤਲਿਫ ਜਗ੍ਹਾ ਦੇ ਉੱਤੇ ਕੀਤੇ ਵੀ। ਫਿਰ ਹੋਰ ਜਿਹੜਾ ਇੱਕ ਟਰੈਂਡ ਦੇਖਣ ਨੂੰ ਆਇਆ ਕਿ ਮੁਸਲਿਮ ਲੀਗ ਨੂਨ ਦੇ ਜਿਹੜੇ ਕੁਝ ਮੁਕਾਮੀ ਸਤ੍ਹਾ ਦੇ ਲੀਡਰਸ ਹੈਗੇ ਨੇ ਉਹਨਾਂ ਕੋਸ਼ਿਸ਼ ਕੀਤੀ ਕਿ ਆਪਣੇ ਆਪਣੇ ਹਲਕੇ ਜਾਂ ਆਪਣੇ ਹਲਕਾ ਅਸਰ ਦੇ ਲੋਕਾਂ ਨੂੰ ਕਹਿ ਕੇ ਤੇ ਹੜਤਾਲ ਨਾ ਹੋਣ ਦੇਣ। ਮਸਲਨ ਛੋਟੇ ਸ਼ਹਿਰਾਂ ਦੇ ਵਿੱਚ ਖਾਸ ਤੌਰ 'ਤੇ ਕੋਸ਼ਿਸ਼ ਕੀਤੀ ਉੱਥੋਂ ਦੇ MP ਜਾਂ MNA ਨੇ ਜਾਂ ਵਜ਼ੀਰ ਜਿਹੜਾ ਹੈਗਾ ਸੀ ਕਿ ਹੜਤਾਲ ਉਸ ਸ਼ਹਿਰ ਦੇ ਵਿੱਚ ਨਾ ਹੋਵੇ, ਜਾਂ ਉਸ ਸ਼ਹਿਰ ਦੇ ਕਿਸੇ ਇੱਕ ਮਖਸੂਸ ਹਲਕੇ 'ਚ ਮਾਰਕੀਟ 'ਚ ਅਗਰ ਉਹਦਾ ਅਸਰ ਸੂਖੇ ਤਾਂ ਉੱਥੇ ਹੜਤਾਲ ਨਾ ਹੋਵੇ। ਲਾਹੌਰ ਜਿਹੜਾ ਹੈ ਇਹਦਾ ਰਿਐਕਸ਼ਨ ਬੜਾ ਅਹਿਮ ਸੀ ਕਿ ਉਹ ਕਿੱਥੇ ਖੜ੍ਹਾ ਹੈ। ਲਾਹੌਰ ਨੂੰ ਹਮੇਸ਼ਾ ਮੁਸਲਿਮ ਲੀਗ ਨੂਨ ਆਪਣਾ ਕਿਲਾ ਕਹਿੰਦੀ ਰਹੀ ਹੈ ਔਰ ਮੁਸਲਿਮ ਲੀਗ ਨੂਨ ਜਿਹੜੀ ਉਹ ਆਪਣੇ ਆਪ ਨੂੰ ਤਾਜਰ ਦੋਸਤ ਪੋਲੀਟੀਕਲ ਪਾਰਟੀ ਵੀ ਕਹਿੰਦੀ ਰਹੀ ਹੈ ਔਰ ਰਹਿ ਵੀ ਨੇ। ਤਾਜਰ ਹਮੇਸ਼ਾ ਮੁਸਲਿਮ ਲੀਗ ਨੂਨ ਦੇ ਪਲੇਟਫਾਰਮ ਦੇ ਉੱਤੇ ਸਿਆਸਤ ਕਰਦੇ ਆਏ ਨੇ ਅਤੇ ਉਹਦਾ ਹਿੱਸਾ ਰਹੇ ਨੇ ਅਤੇ ਮੁਸਲਿਮ ਲੀਗ ਦੀ ਜਿਹੜੀ ਲੀਡਰਸ਼ਿਪ ਉਹ ਵੀ ਆਪਣੇ ਆਪ ਨੂੰ ਤਾਜਰ ਅਤੇ ਕਾਰੋਬਾਰੀ ਕਹਿੰਦੀ। ਇਸ ਵਾਸਤੇ ਲੋਕਾਂ ਦਾ ਖਿਆਲ ਸੀ ਕਿ ਲਾਹੌਰ ਦੇ ਵਿੱਚ ਇਹ ਡੈਂਟ ਪਏਗਾ ਔਰ ਹੜਤਾਲ ਕਾਮਯਾਬ ਨਹੀਂ ਹੋਏਗੀ। ਲੇਕਿਨ ਜਿਹੜੀਆਂ ਵੱਡੀਆਂ ਮਾਰਕੀਟਾਂ ਨੇ, ਲਿਬਰਟੀ ਮਾਰਕੀਟ ਹੈ, ਹਾਰ ਰੋਡ ਮਾਰਕੀਟ ਹੈ, ਮਾਰ ਰੋਡ ਦੇ ਉੱਤੇ ਹੈਗਾ ਵੇ, ਫਿਰ ਹੋਰ ਮਿੰਟਗੁਮਰੀ ਮਾਰਕੀਟ ਹੈ, ਮਿੰਟਗੁਮਰੀ ਰੋਡ ਦੇ, ਅਤੇ ਉਹ ਸਾਰੀਆਂ ਮਾਰਕੀਟਾਂ ਜਿਹੜੀਆਂ ਨੇ, ਇਕਬਾਲ ਟਾਊਨ ਮਾਰਕੀਟ, ਉਹ ਸਾਰੀਆਂ ਬੰਦ ਰਹੀਆਂ ਨੇ। ਅਤੇ ਇਸ ਵਾਸਤੇ ਇਹ ਜਿਹੜਾ ਗੇਜ ਕਰਨ ਦਾ ਤਰੀਕਾ ਹੈਗਾ ਸੀ ਪੈਮਾਨਾ, ਉਹਦੇ ਉੱਤੇ ਮੁਸਲਿਮ ਲੀਗ ਨੂਨ ਜਿਹੜੀ ਉਹ ਤਾਂ ਨਾਕਾਮ ਹੋਈ। ਔਰ ਹੁਣ ਮੁਸਲਿਮ ਲੀਗ ਨੂਨ ਦੀ ਕਿਆਦਤ ਇਹ ਸੋਚ ਰਹੀ ਕਿ ਜਿਹੜਾ ਤਾਜਰ ਰਹਿਨੁਮਾ ਉਹਨਾਂ ਦੇ ਮੁਤਾਬਕ ਕੰਮ ਨਹੀਂ ਕਰ ਸਕਦਾ ਜਾਂ ਉਹ ਰੋਕ ਨਹੀਂ ਪਾਇਆ, ਤਾਜਰਾਂ ਨੂੰ ਆਪਣੇ ਨਾਲ ਨਹੀਂ ਲਿਆ ਸਕਿਆ, ਅਤੇ ਫਿਰ ਉਹਨੂੰ ਫਾਰਗ ਕੀਤਾ ਜਾਵੇ। ਇਸ ਤਰ੍ਹਾਂ ਦੀ ਵੀ ਗੱਲ ਸੋਚਣ 'ਚ ਆ ਰਹੀ। ਲੇਕਿਨ ਇਹ ਕਹਿ ਲਓ ਕਿ ਇਸ ਹੜਤਾਲ ਦੇ ਜਿਹੜੇ ਇਫੈਕਟ ਨੇ ਮੁਖਤਲਿਫ ਸੈਕਟਰਸ ਦੇ ਵਿੱਚ ਔਰ ਮੁਖਤਲਿਫ ਸ਼ੋਬਿਆਂ ਦੇ ਵਿੱਚ ਉਹ ਕਿੱਥੇ ਕਿੱਥੇ ਜਾਣਗੇ ਔਰ ਕਿੱਥੇ ਕਿੱਥੇ ਜਾ ਰਹੇ ਨੇ, ਇਹ ਇਬਤਦਾ ਹੈਗੀ। ਅੱਗੇ ਇਹ ਵੱਡੇ ਵੀ ਹੋ ਜਾਂਦੀਆਂ ਨੇ ਇਹ ਚੀਜ਼ਾਂ। ਅਤੇ ਇਸ ਹੜਤਾਲ ਦੇ ਕੋਈ 2-3 ਜਿਹੜੇ ਇਫੈਕਟ ਨੇ ਮੈਂ ਉਹਨਾਂ ਨੂੰ ਜਾਂਚਣ ਦੀ ਕੋਸ਼ਿਸ਼ ਕੀਤੀ। ਮਸਲ ਇੱਕ ਤਾਂ ਇਹ ਵੀ ਸਭ ਨਾਲੋਂ ਵੱਡਾ ਇਹਦਾ ਇਫੈਕਟ
ਕਿ ਆਮ ਤਾਜਰ ਔਰ ਲੋਕਾਂ ਨੇ, ਮਤਲਬ ਚਲੋ ਤੁਸੀਂ ਤਾਜਰ ਹੀ ਕਹੋ ਜੀ, ਕਿ ਲੱਖਾਂ ਦੁਕਾਨਾਂ ਨੇ, ਕਰੋੜਾਂ ਬਲਕਿ ਹੋਣਗੀਆਂ ਪੂਰੇ ਪਾਕਿਸਤਾਨ 'ਚ, ਅਤੇ ਉਹਨਾਂ ਲੋਕਾਂ ਨੇ, ਉਹ ਸਾਰੀਆਂ ਦੁਕਾਨਾਂ ਵਾਲਿਆਂ ਨੇ ਹਕੂਮਤ ਦੀ ਮਾਸ਼ੀ ਬਹਾਲੀ ਦੀਆਂ ਜਿਹੜੀਆਂ ਪਾਲਿਸੀਆਂ ਨੇ ਨਾ, ਉਹਨਾਂ ਨੂੰ ਮੁਸਤਰਦ ਕਰਤਾ। ਇਸ ਹੜਤਾਲ ਦਾ ਇੱਕ ਮਤਲਬ ਇਹ ਵੀ, ਲੋਕ ਇਹਨੂੰ ਜਿਸ ਤਰ੍ਹਾਂ ਮਰਜ਼ੀ ਸਮਝਣ, ਲੇਕਿਨ ਕਾਰੋਬਾਰੀ ਤਬਕਾ ਜਦੋਂ ਰਿਜੈਕਟ ਕਰ ਦੇਵੇ ਗਵਰਨਮੈਂਟ ਦੀਆਂ ਪਾਲਿਸੀਆਂ ਨੂੰ, ਟੈਕਸ ਪਾਲਿਸੀਆਂ ਨੂੰ, ਮਾਸ਼ੀ ਬਹਾਲੀ ਦੀਆਂ ਪਾਲਿਸੀਆਂ ਨੂੰ, ਅਤੇ ਇਹਦਾ ਮਤਲਬ ਇਹ ਹੁੰਦਾ ਕਿ ਇਹ ਗਵਰਨਮੈਂਟ ਜਿਹੜੀ ਹੈ ਨਾਕਾਮ ਹੋ ਗਈ। ਫਿਰ ਦੂਸਰਾ ਜਿਹੜਾ ਹੈ ਕਿ ਆਵਾਮ ਜਿਹੜੇ ਉਹ ਪਹਿਲੇ ਮੁਤਮਈਨ ਨਹੀਂ ਹੈਗੇ ਸੀ ਗਵਰਨਮੈਂਟ ਦੀ ਜਿਹੜੀਆਂ ਪਾਲਿਸੀਆਂ ਨੇ। ਆਵਾਮ ਬਿਜਲੀ ਦੇ ਬਿੱਲਾਂ ਤੋਂ, ਮਹਿੰਗਾਈ ਤੋਂ, ਬਦਅਮਨੀ ਤੋਂ, ਦਹਿਸ਼ਤਗਰਦੀ ਤੋਂ, ਔਰ ਫਿਰ ਉਹ ਸਮਝਦੇ ਨੇ ਕਿ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਉਹ ਹਕੀਕੀ ਨੁਮਾਇੰਦੇ ਨਹੀਂ ਹੈਗੇ। ਇਹ ਸਾਰੀਆਂ ਚੀਜ਼ਾਂ ਸ਼ਾਮਲ ਨੇ। ਲੋਕ ਪਹਿਲੇ ਹੀ ਇਸ ਬੰਦੋਬਸਤ ਤੋਂ ਮੁਤਮਈਨ ਨਹੀਂ ਹੈਗੇ, ਅਤੇ ਇਹ ਉਹਦੇ ਨਾਲ ਇਜ਼ਾਫਾ ਹੋ ਜਾਏਗਾ ਇਸ ਚੀਜ਼ ਦਾ। ਫਿਰ ਤੀਸਰੀ ਜਿਹੜੀ ਚੀਜ਼ ਹੈ, IMF ਦੇ ਨਾਲ ਸਾਡੀ ਗੱਲਬਾਤ ਚੱਲਣ ਰਹੀ ਹੈ ਬੇਲ ਆਊਟ ਪੈਕੇਜ ਦੀ। ਉਹਦੇ ਕਹਿਣ 'ਤੇ ਅਸੀਂ ਟੈਕਸ ਲਾਇਆ ਸੀ ਤਾਜਰਾਂ ਨੂੰ, ਤਾਜਰ ਦੋਸਤ ਜਿਹੜੀ ਸਕੀਮ ਮੁਤਾਰਫ ਕਰਾਈ। ਹੁਣ ਜਦੋਂ ਉਹਦੇ ਜਵਾਬ ਦੇ ਵਿੱਚ ਹੜਤਾਲ ਹੋਈ, ਅਤੇ ਇਹਦਾ ਕਿਵੇਂ ਹੋ ਸਕਦਾ, ਇਹਦਾ ਇਹ ਵਜ਼ਾਹਤ ਇਹਦੀ, ਮਤਲਬ ਸਾਡੇ ਹਕੂਮਤ IMF ਨੂੰ ਕਹਿ ਸਕਦੀ ਕਿ ਵੇਖੋ ਜੀ ਸਾਡੇ ਜਿਹੜੇ ਤਾਜਰ ਨੇ ਨਾ, ਉਹਨਾਂ ਨੇ ਇਨਕਾਰ ਕਰਤਾ, ਅਤੇ ਹੁਣ ਦੱਸੋ ਅਸੀਂ ਕਿੱਧਰ ਜਾਈਏ। ਅਤੇ ਉਹ IMF ਨਹੀਂ, ਫਿਰ ਇਹੋ ਹੀ ਦੱਸਾਂਗੇ ਆਪੇ ਹੀ, ਕਿਉਂਕਿ ਕਰਜ਼ ਅਸੀਂ ਲੈਣਾ। IMF ਤਾਂ ਇਹੋ ਪੁੱਛਦੀ ਕਿ ਅੱਛਾ ਠੀਕ ਹੈ ਇਹ ਨਹੀਂ ਦਿੰਦੇ ਅਤੇ ਹੋਰ ਦੱਸੋ ਕਿੱਧਰੋਂ, ਅਤੇ ਫਿਰ ਇਹ ਕਹਿਣਗੇ ਕਿ ਬਿਜਲੀ ਹੋਰ ਮਹਿੰਗੀ ਕਰ ਦਿਓ। ਇਹਨਾਂ ਕੋਲ ਇਹੋ ਹੀ ਇੱਕ ਫਾਰਮੂਲਾ ਹੈਗਾ, ਉਹ ਬਿਜਲੀ ਮਹਿੰਗੀ ਹੋ ਜਾਏਗੀ, ਅਤੇ ਉਹ ਬਿਜਲੀ ਮਹਿੰਗੀ ਮਜ਼ੀਦ ਹੋਏਗੀ, ਅਤੇ ਫਿਰ ਅਸਰ ਕੀ ਹੋਏਗਾ ਸਿਆਸੀ ਤੌਰ 'ਤੇ। ਲੋਕਾਂ ਜਿਹੜੀ ਹਮਾਇਤ ਹੈ ਲੋਕਾਂ ਦੇ ਵਿੱਚ ਹਕੂਮਤ ਦੀ, ਉਹ ਦਿਨ ਬ ਦਿਨ ਘੱਟ ਹੁੰਦੀ ਜਾ ਰਹੀ, ਉਹ ਮਜ਼ੀਦ ਘਟੇਗੀ। ਔਰ ਜਦੋਂ ਕੋਈ ਇੱਕ ਖ਼ਾਸ ਸਤ੍ਹਾ ਦੇ ਉੱਤੇ ਚਲੀ ਜਾਂਦੀ ਹੈ ਗੈਰ ਮਕਬੂਲੀਅਤ, ਔਰ ਉਹਦੇ ਨਾਲ ਲੋਕਾਂ ਦਾ ਜਿਹੜਾ ਥੋੜ੍ਹਾ ਜਿਹਾ ਉਹਨਾਂ ਦੇ ਇਸ਼ਤਿਆਲ ਵੀ ਆਉਣਾ ਸ਼ੁਰੂ ਹੋ ਜਾਵੇ, ਅਤੇ ਫਿਰ ਹਕੂਮਤ ਦੇ ਖਿਲਾਫ ਮੁਜ਼ਾਹਰੇ ਔਰ ਪੁਰਤਸ਼ੱਦਦ ਜਿਹੜੀਆਂ ਇਹਤਜਾਜ ਹੁੰਦਾ ਉਹ ਸ਼ੁਰੂ ਹੋ ਜਾਂਦਾ ਹੈ, ਔਰ ਉਹ ਬਹੁਤ ਖਤਰਨਾਕ ਚੀਜ਼ ਹੁੰਦੀ। ਦੁਨੀਆ ਉਹਨੂੰ, ਸਾਡੇ ਵਰਗੇ ਲੋਕ ਜਿਹੜੇ ਜਿਨ੍ਹਾਂ ਇਨਕਲਾਬ ਨੂੰ ਸਹੀ ਤਰ੍ਹਾਂ ਨਹੀਂ ਜਾਣਦੇ, ਉਹ ਕਹਿ ਦਿੰਦੇ ਨੇ ਜੀ ਇਨਕਲਾਬ ਆ ਗਿਆ। ਇਨਕਲਾਬ ਵਗੈਰਾ ਨਹੀਂ, ਇਹਨੂੰ ਕਹਿ ਲਓ ਤੁਸੀਂ ਕਿ ਇਹ ਰਿਐਕਸ਼ਨ ਜਿਹੜਾ ਪੁਰਤਸ਼ੱਦਦ ਹੁੰਦਾ ਵੇ, ਅਤੇ ਜਿਸ ਤਰ੍ਹਾਂ ਬੰਗਲਾਦੇਸ਼ 'ਚ ਹੋਇਆ, ਅਤੇ ਇਸ ਤਰ੍ਹਾਂ ਦੀ ਕੋਈ ਕੈਫੀਅਤ ਦੇ ਚਾਂਸਿਸ ਪੈਦਾ ਹੋ ਸਕਦੇ ਨੇ। ਇਹ ਮੈਂ ਸਾਰੇ ਅਸਰਾਤ ਦੱਸਣ ਡਿਆ। ਮੁਮਕਿਨ ਹੈ ਹਾਲੇ ਲੋਕ ਸਮਝਣ ਕਿ ਐਡੀ ਗੱਲ ਨਹੀਂ ਹੈਗੀ, ਇਹ ਕਿੱਡੀ ਦੂਰ ਦੀਆਂ ਗੱਲਾਂ ਕਰਨ ਡਿਆ, ਲੇਕਿਨ ਗੱਲ ਇਸੇ ਪਾਸੇ ਹੀ ਵਧਣ ਡਈ ਹੈ। ਫਿਰ ਹੋਰ ਜਿਹੜੀ ਗੱਲ ਹੈ ਕਿ IMF ਨੇ ਕਿਹਾ ਕਿ ਜ਼ਰ ਮੁਬਾਦਲਾ ਦੇ ਜ਼ਖਾਇਰ ਵਧਾਓ। ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਦੋਸਤ ਮੁਲਕ ਜਿਹੜੇ ਨੇ ਉਹਨਾਂ ਦੀ ਗਰੰਟੀਆਂ ਦਿਓ, ਚੀਨ, ਸਾਊਦੀ ਅਰਬ, UAE ਵਗੈਰਾ, ਇਹ ਗਰੰਟੀ ਦੇਣ, ਅਤੇ ਇਹ ਕੁਝ ਪੈਸੇ ਜਿਹੜੇ ਨੇ, ਕੋਈ ਡਾਲਰ ਜਿਹੜੇ ਨੇ ਤੁਹਾਡੇ ਖਜ਼ਾਨੇ 'ਚ ਰੱਖਣ ਮਜ਼ੀਦ, ਅਤੇ ਫਿਰ ਅਸੀਂ ਤੁਹਾਨੂੰ ਕਰਜ਼ ਦਿੰਦੇ। ਅੱਛਾ, ਉਹ ਜਿਹੜੇ ਸਾਡੇ ਦੋਸਤ ਮੁਲਕ ਨੇ, ਉਹ ਜਦੋਂ ਹੜਤਾਲ ਨੂੰ ਵੇਖਣਗੇ ਅਤੇ ਉਹ ਕੀ ਸੋਚਣਗੇ? ਉਹ ਸੋਚਣਗੇ ਕਿ ਇਹ ਜਿਹੜੀ ਗਵਰਨਮੈਂਟ ਹੈ, ਇਹਨੂੰ ਤਾਂ ਉਹਨੇ ਲੋਕਾਂ ਦੀ ਹਮਾਇਤ ਹੀ ਹਾਸਲ ਨਹੀਂ ਹੈਗੀ, ਅਤੇ ਜਿਹਨੂੰ ਲੋਕਾਂ ਦੀ ਹਮਾਇਤ ਨਾ ਹੋਵੇ ਉਹਨੂੰ ਗਰੰਟੀ ਕਾਹਦੀ ਦਈਏ। ਸੋ ਗਵਰਨਮੈਂਟ ਵਾਸਤੇ ਕਈ ਤਰ੍ਹਾਂ ਦੀ ਮੁਸ਼ਕਲਾਤ ਜਿਹੜੀਆਂ ਨੇ ਉਹ ਪੈਦਾ ਹੋ ਸਕਦੀਆਂ ਨੇ ਇਹਦੇ ਨਾਲ, ਔਰ ਹੜਤਾਲ ਦੇ ਨਾਲ ਦੋਸਤ ਮੁਲਕ ਜਿਹੜੇ ਨੇ ਉਹਨਾਂ ਦਾ ਯਕੀਨ ਪਾਕਿਸਤਾਨ ਦੇ ਗਵਰਨਮੈਂਟ ਦੇ ਉੱਤੇ ਉਹ ਮੁਤਜ਼ਲਜ਼ਲ ਹੋ ਸਕਦਾ। ਸੋ ਹੜਤਾਲ ਜਿਹੜੀ ਇਹ ਕਈ ਤਰ੍ਹਾਂ ਦੇ ਰੰਗ ਦੇ ਨਾਲ ਸਾਡੇ ਸਾਹਮਣੇ ਆਵੇਗੀ, ਔਰ ਜਿਵੇਂ ਟਾਈਮ ਗੁਜ਼ਰੇਗਾ ਹੋਰ ਚੀਜ਼ਾਂ ਨਿਖਰ ਕੇ ਆਉਣਗੀਆਂ ਸਾਹਮਣੇ, ਔਰ ਅਸੀਂ ਵੇਖਾਂਗੇ ਕਿ ਇਹ ਜਿਹੜੀ ਇੱਕ ਐਕਟੀਵਿਟੀ ਨੂੰ ਸਮਝਿਆ ਜਾਂਦਾ ਹੈ ਕਿ ਇੱਕ ਮਾਮੂਲ ਦੀ ਇਹ ਹੜਤਾਲ ਕੁਝ ਨਹੀਂ, ਇਹ ਸਿਆਸੀ ਤੌਰ 'ਤੇ ਇੱਕ ਕਿਸੇ ਤਹਿਰੀਕ ਦੀ ਬੁਨਿਆਦ ਸਾਬਤ ਹੋ ਸਕਦੀ ਹੈ। ਅਤੇ ਉਹ ਕਦੋਂ ਹੋਵੇਗੀ ਇਹ ਵੇਖਦੇ ਹਾਂ ਕਿ ਜਿਹੜੀਆਂ ਕੂਵਤਾਂ ਉਹ ਤਹਿਰੀਕ ਨਹੀਂ ਬਣਨ ਦੇਣ ਰਹੀਆਂ ਉਹ ਵੀ ਐਕਟਿਵ ਨੇ, ਅਤੇ ਜਿਹੜੀਆਂ ਉਹਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਉਹ ਵੀ ਸੁਪਰ ਐਕਟਿਵ ਨੇ। ਅਤੇ ਜਨਾਬ ਜਿਉਂਦੇ ਰਹੋ, ਵਸਦੇ ਰਹੋ।